ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ, ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ, ਸੁਣਿਆ ਸਾਲੋਣੇ। ਖਾਟ ਤੁਰਸੀ ਮੁਖ ਭੁੱਲਣਾ, ਮਾਰਨ ਨਾਦ ਕੀਏ। ਛਤਿ ਅੰਮ੍ਰਿਤ ਭਾਉ ਏਕ, ਜਾ ਕਉ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ। ਮਨ ਮਹਿ ਚਲਹਿ ਵਿਕਾਰ, ਰਹਾਉ ਰਤਾ ਪਹਿਨਨ ਮਨ ਰਤਾ। ਸੁਪੇਦੀ ਸਤ ਦਾਨ, ਨੀਲੀ ਸਿਆਹੀ ਕਦਾ ਕਰਨੀ। ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ। ਧਨ ਜੋਬਨ ਤੇਰਾ ਨਾਮ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਜਿਤ ਪੈਂਦਾ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਰਹਾਉ ਘੋੜੇ ਪਾਖਰ ਸੋਏ ਨੇ, ਸਾਖਤ ਬੂਝਣ ਤੇਰੀ ਵਾਟ। ਤਰਕਸ ਤੀਰ ਕਮਾਨ ਸਾਂਗ, ਤੇਗ ਬੰਦ ਗੁਣ ਧਾਤ। ਵਾਜਾ ਨੇਜਾ ਪਤ ਸਿਉ ਪ੍ਰਗਟ, ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚੜਨਾ ਖੁਸ਼ੀ ਖੁਆਰ, ਜਿਤ ਚੜਿਆ ਤਨ ਪੀੜੀਐ। ਮਨ ਮਹਿ ਚਲਹਿ ਵਿਕਾਰ। ਰਹਾਉ ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ। ਹੁਕਮ ਸੋਈ ਤੁਧ ਭਾਵਸੀ, ਹੋਰ ਆਖਣ ਬਹੁਤ ਅਪਾਰ। ਨਾਨਕ ਸੱਚਾ ਪਾਤਸ਼ਾਹੋ, ਪੂਛ ਨਾ ਕਰੇ ਵਿਚਾਰ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿਤ ਸੁਤੈ ਤਨ ਪੀੜੀਐ। ਮਨ ਮਹਿ ਚਲਹਿ ਵਿਕਾਰ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ,
ਜਿਤ ਸੁਤੈ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਸਜੇ ਹੋਏ ਸੋਦਰ ਦੇ ਦੀਵਾਨਾਂ ਅੰਦਰ ਹਾਜ਼ਰੀ ਭਰ ਕਰਕੇ ਆਪ ਜੀਆਂ ਨੇ ਇਲਾਹੀ ਬਾਣੀ ਦੇ ਪਾਠ ਸਰਵਣ ਕੀਤੇ। ਉਪਰੰਤ ਆਪ ਸਮੂਹ ਸੰਗਤਾਂ ਨੇ ਨਾਮ ਸਿਮਰਨ ਗੁਰੂ ਕੀ ਹਜ਼ੂਰੀ ਅੰਦਰ ਜੁੜ ਕਰਕੇ ਕੀਤਾ ਹੈ। ਆਪ ਵੱਡੇ ਭਾਗਾਂ ਵਾਲੇ ਹੋ ਜੋ ਕਿ ਸਿਮਰਨ ਵਿੱਚ ਆਣ ਕਰਕੇ ਆਪ ਜੀ ਜੁੜੇ ਹੋ, ਅਤੇ ਆਪ ਜੀਆਂ ਨੇ ਗੁਰੂ ਹਜ਼ੂਰੀ ਅੰਦਰ ਬੈਠ ਕਰਕੇ ਆਨੰਦ ਪ੍ਰਾਪਤ ਕੀਤਾ ਹੈ ਔਰ ਕਰ ਰਹੇ ਹੋ। ਆਓ ਇਸੇ ਤਰ੍ਹਾਂ ਕੁਝ ਹੋਰ ਗੁਰਬਾਣੀ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰ ਸਕੀਏ। ਸੋ ਇਸ ਅਸਥਾਨ ਦੀ ਮਰਿਆਦਾ ਅਨੁਸਾਰ ਜੋ ਹਰ ਰੋਜ਼ ਸੋਦਰ ਦੇ ਦੀਵਾਨ ਤੋਂ ਉਪਰੰਤ ਸ਼ਬਦ ਵਿਚਾਰ ਕੀਤੀ ਜਾਂਦੀ ਹੈ, ਆਪ ਜੀਆਂ ਨੇ ਪਾਵਨ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਜੋ ਕਿ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਸ੍ਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ 16 ਤੇ ਔਰ 17 ਤੇ ਇਹ ਸ਼ਬਦ ਸੁਭਾਏਮਾਨ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਾਨੂੰ ਇਸ ਸ਼ਬਦ ਅੰਦਰ ਕੀ ਉਪਦੇਸ਼ ਕਰਦੇ ਨੇ, ਆਓ ਅਰਥ ਭਾਵਾਂ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰ ਦੀ ਪ੍ਰੰਭਤਾ ਤੋਂ ਪਹਿਲਾਂ ਇੱਕ ਵਾਰ ਆਪਣੀ ਰਸਨਾ ਨੂੰ ਪਵਿੱਤਰ ਕਰੋ, ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੱਜ ਦਾ ਜੋ ਸ਼ਬਦ ਹੈ, ਜਿਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਇਸ ਸ਼ਬਦ ਅੰਦਰ ਗੁਰੂ ਕੀ ਸੰਗਤ 4 ਬੰਦ ਹਨ ਔਰ 4 ਬੰਦਾਂ ਦੇ ਅੰਦਰ 4 ਹੀ ਰਹਾਉ ਦੀਆਂ ਤੁਕਾਂ ਵੀ ਹਨ। ਜ਼ਿਆਦਾਤਰ ਹਰੇਕ ਸ਼ਬਦ ਅੰਦਰ 1 ਜਾਂ 2 ਤੁਕਾਂ ਰਹਾਉ ਦੀਆਂ, ਭਾਵ ਕਿ 1 ਬੰਦ ਰਹਾਉ ਦਾ ਹੁੰਦਾ ਹੈ। ਪਰ ਇਸ ਸ਼ਬਦ ਅੰਦਰ ਸਤਿਗੁਰਾਂ ਨੇ 4 ਰਹਾਉ ਦੇ ਬੰਦ ਬਖਸ਼ਿਸ਼ ਕੀਤੇ ਨੇ। ਔਰ ਰਹਾਉ ਤੋਂ ਭਾਵ ਹੈ ਠਹਿਰਨਾ, ਰੁਕਣਾ। ਔਰ ਸ਼ਬਦ ਦਾ ਮੁੱਖ ਤੇ ਕੇਂਦਰੀ ਭਾਵ ਰਹਾਉ ਦੀਆਂ ਤੁਕਾਂ ਅੰਦਰ ਬਖਸ਼ਿਸ਼ ਕਰਦੇ ਨੇ ਪਾਤਸ਼ਾਹ। ਪਰ ਇੱਥੇ ਸਤਿਗੁਰਾਂ ਨੇ 4 ਰਹਾਉ ਦੇ ਬੰਦ ਬਖਸ਼ਿਸ਼ ਕੀਤੇ, ਜਿਸ ਦਾ ਕਾਰਨ ਸੀ ਪਾਤਸ਼ਾਹ ਸੁਚੇਤ ਕਰਦੇ ਨੇ ਇਸ ਸ਼ਬਦ ਅੰਦਰ 4 ਵਾਰ। ਔਰ ਸਾਰਾ ਸ਼ਬਦ ਸਾਡੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਅਸੀਂ ਕੀ ਪਾਣਾ ਹੈ, ਕੀ ਖਾਣਾ ਹੈ, ਅਸੀਂ ਕਿਵੇਂ ਸੰਸਾਰ ਵਿੱਚ ਵਿਚਰਨਾ ਹੈ, ਅਸੀਂ ਕਿਵੇਂ ਮਹਿਲ ਮਾੜੀਆਂ ਵਿੱਚ ਰਹਿਣਾ ਹੈ, ਕਿਵੇਂ ਅਸੀਂ ਸਫ਼ਰ ਕਰਦੇ ਹਾਂ, ਸਵਾਰੀ 'ਤੇ ਯਾਤਰਾ ਕਰਨੀ ਹੈ। ਉਹ ਸਾਰੇ ਸਾਜੋ ਸਮਾਨ ਦਾ ਜ਼ਿਕਰ ਕੀਤਾ ਹੈ।
ਔਰ ਆਓ ਇਸ ਸ਼ਬਦ ਦੀਆਂ ਜੋ ਰਹਾਉ ਦੀਆਂ ਪਹਿਲਾ ਬੰਦ ਹੈ ਉਸ ਨੂੰ ਆਪਾਂ ਸਭ ਤੋਂ ਪਹਿਲਾਂ ਵਿਚਾਰਨੇ ਆ। ਕੋਸ਼ਿਸ਼ ਕਰਾਂਗਾ ਕਿ ਚਾਰੇ ਰਹਾਉ ਦੇ ਜਿਹੜੇ ਬੰਦ ਨੇ ਅੱਜ ਹੀ ਵਿਚਾਰੇ ਜਾਣ, ਪਰ ਵਾਹ ਲੱਗਦੀ ਜੇ ਨਾ ਹੋ ਸਕਿਆ ਤੇ ਦੋ ਰਹਾਉ ਦੇ ਜੋ ਬੰਦ ਨੇ ਉਹਨਾਂ ਨੂੰ ਜ਼ਰੂਰ ਵਿਚਾਰਾਂਗੇ ਤੇ ਦੋ ਨੂੰ ਆਪਾਂ ਕੱਲ ਵਿਚਾਰ ਲਾਂਗੇ। ਇਹ ਮੈਂ ਆਪ ਜੀ ਤੋਂ ਆਗਿਆ ਸਾਰੀ ਸੰਗਤ ਤੋਂ ਮੰਗਣਾ ਵਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮੰਗਣਾ ਵਾ, ਕਿਉਂਕਿ ਮੈਂ ਸ਼ਬਦ ਨੂੰ ਅਧੂਰਾ ਨਹੀਂ ਛੱਡਣਾ ਚਾਹੁੰਦਾ, ਪਰ ਉਹ ਇਸ ਕਰਕੇ ਕਿ ਇਸ ਸ਼ਬਦ ਦੇ ਅਸਲ ਦੇ ਵਿੱਚ ਚਾਰ ਸਬਜੈਕਟ ਬਣਦੇ ਨੇ। ਚਾਰ, ਦੋ ਦੀ ਆਪਾਂ ਅੱਜ ਵਿਆਖਿਆ ਕਰਨੇ ਆ, ਦੋ ਦੀ ਕੱਲ ਨੂੰ ਕਰ ਲਾਂਗੇ। ਪਹਿਲਾ ਆਰੰਭਕ ਰਹਾਉ ਦੀਆਂ ਤੁਕਾਂ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚੱਲੈ ਵਿਕਾਰ ਰਹਾਉ। ਸਤਿਗੁਰੂ ਜੀ ਕਹਿੰਦੇ ਹੇ ਭਾਈ, ਇੱਥੇ ਬਾਬਾ ਦੇ ਅਰਥ ਨੇ ਹੇ ਭਾਈ, ਬੜਾ ਸੱਚਾ ਤੇ ਸੁੱਚਾ ਸ਼ਬਦ ਹੈ ਔਰ ਕਿਸੇ ਬਜ਼ੁਰਗ ਵਾਸਤੇ ਵੀ ਇਹ ਸ਼ਬਦ ਅਸੀਂ ਵਰਤਨੇ ਆ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਬਾਬਾ ਕਿਹਾ ਹੈ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਥੇ ਸਤਿਗੁਰੂ ਮਹਾਰਾਜ ਏਡਾ ਵੱਡਾ ਸ਼ਬਦ ਗੁਰ ਸਿੱਖਾਂ ਵਾਸਤੇ ਵਰਤਦੇ ਨੇ, ਗੁਰ ਸਿੱਖਾਂ ਵਾਸਤੇ, ਕਿਉਂਕਿ ਸਤਿਗੁਰਾਂ ਨੇ ਬੜਾ ਸਤਿਕਾਰ ਤੇ ਮਾਣ ਦਿੱਤਾ ਹੈ ਗੁਰਸਿੱਖਾਂ ਨੂੰ। ਗੁਰਸਿੱਖਾਂ ਕੀ ਹਮ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜੋ ਉਪਦੇਸ਼ ਕਰਦੇ ਨੇ, ਕਹਿੰਦੇ ਨੇ ਹੇ ਭਾਈ ਗੁਰਮੁਖੋ ਹੋਰ ਖਾਣਾ ਖੁਸ਼ੀ ਖੁਆਰ, ਭਾਵ ਕਿ ਜੋ ਸਾਡੇ ਸਰੀਰ ਦੀ ਖੁਰਾਕ ਹੈ ਉਹਦਾ ਜ਼ਿਕਰ ਕੀਤਾ ਵੀ ਕਿਵੇਂ ਦੀ ਆਪਾਂ ਖੁਰਾਕ ਖਾਣੀ ਹੈ, ਕਿਵੇਂ ਦਾ ਅਸੀਂ ਭੋਜਨ ਛਕਣਾ ਹੈ। ਪਾਤਸ਼ਾਹ ਨੇ ਬੜਾ ਸੋਚ ਸਮਝ ਕਰਕੇ ਭੋਜਨ ਖੁਰਾਕ ਜਾਂ ਸੰਸਾਰਕ ਜਿੰਨੇ ਵੀ ਪਦਾਰਥ ਨੇ, ਕੋਈ ਭੋਜਨ ਪਦਾਰਥ ਜਾਂ ਨਿਆਮਤੀ ਵਸਤੂ ਤੇ ਛਕੀਏ ਜੋ ਕਿ ਸਾਡੇ ਸਰੀਰ ਨੂੰ ਕੋਈ ਤੰਦਰੁਸਤੀ ਦੇਗੀ, ਪਰ ਇਨਸਾਨ ਨੇ ਇਹਨਾਂ ਨੂੰ ਛੱਡ ਕਰਕੇ ਨਿਆਮਤਾਂ ਨੂੰ ਆਪਣੀ ਰੁਟੀਨ ਦੇ ਵਿੱਚ ਖਾਣ ਪੀਣ ਦੇ ਕਈ ਹੋਰ ਪਦਾਰਥ ਬਣਾ ਲਏ। ਉਹ ਕਿਹੜੇ ਕਿਹੜੇ ਪਦਾਰਥ ਨੇ? ਇਹਨਾਂ ਪੰਕਤੀਆਂ ਦੇ ਅੰਦਰ ਕੇਵਲ ਭੋਜਨ ਦਾ ਜਾਂ ਕੇਵਲ ਖਾਣ ਦੀਆਂ ਚੀਜ਼ਾਂ ਦਾ ਜ਼ਿਕਰ ਨਹੀਂ, ਇਹਨਾਂ ਤੁਕਾਂ ਦੇ ਅੰਦਰ ਸਾਡੇ ਤਮਾਮ ਜਿਹੜੇ ਕਈ ਪ੍ਰਕਾਰ ਦੇ ਨਸ਼ੇ ਰੂਪੀ ਵੀ ਪਦਾਰਥ ਨੇ ਉਹ ਵੀ ਖਾਣ ਵਿੱਚ ਹੀ ਆਉਂਦੇ ਨੇ, ਜਿਹਦੇ ਵਿੱਚ ਮਧਰਾ ਵੀ ਆ ਜਾਂਦਾ ਹੈ, ਹੋਰ ਨਸ਼ੀਲੇ ਪਦਾਰਥ ਆ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਪਦਾਰਥ ਛਕੀ ਜਿਹਦੇ ਛਕਣ ਦੇ ਨਾਲ ਤੇਰੀ ਸੁਰਤ, ਤੇਰਾ ਮਨ ਉਸ ਮਾਲਕ ਦੇ ਚਰਨਾਂ ਨਾਲ ਜੁੜੇ, ਨਾ ਕਿ ਤੇਰੀ ਸ਼ਾਂਤੀ ਜਿਹੜੀ ਇਹ ਭੰਗ ਹੋ ਜਾਏ, ਕੋਈ ਐਸਾ ਨਾ ਛਕੀ। ਕਿਉਂਕਿ ਐਸੇ ਪਦਾਰਥ ਨੇ ਜਿਹੜੇ ਸਾਡੀ ਸ਼ਾਂਤੀ ਨੂੰ ਭੰਗ ਕਰਦੇ ਨੇ, ਮਨੋਬਿਰਤੀਆਂ ਨੂੰ ਤੋੜ ਦਿੰਦੇ ਨੇ। ਇਨਸਾਨ ਦੇ ਅੰਦਰ ਇੱਕ ਖਰਬਲੀ ਮਚ ਜਾਂਦੀ ਹੈ। ਔਰ ਵੇਖੋ ਇਹ ਮਨੁੱਖ ਹੈ, ਹਰੇਕ ਦਾ ਧਰਮ ਹੈ, ਕੋਈ ਨਾ ਕੋਈ ਹਰੇਕ ਦਾ ਧਰਮ, ਜਾਨਵਰਾਂ ਦਾ, ਪਸ਼ੂਆਂ ਦਾ ਵੀ ਧਰਮ ਹੈ, ਉਹ ਆਪਣੇ ਧਰਮ ਤੇ ਖੜੇ ਨੇ। ਪਸ਼ੂਆਂ ਦੇ ਵਿੱਚੋਂ ਅਸੀਂ ਵੇਖਦੇ ਹਾਂ ਵੀ ਗਾਂ ਹੈ, ਬਲਦ ਹੈ,
ਹੋਰ ਜਾਨਵਰ ਨੇ ਜਿਹੜੇ ਘਾਹ ਪੱਠੇ ਉਹਨਾਂ ਦੀ ਖੁਰਾਕ ਹੈ, ਉਹਨਾਂ ਨੂੰ ਘਾਹ ਪੱਠਾ ਨਾ ਮਿਲੇ ਉਹ ਕੁਝ ਸਮਾਂ ਭੁੱਖੇ ਤੇ ਰਹਿ ਲੈਂਦੇ ਨੇ, ਪਰ ਕਦੀ ਗਾਂ ਬਲਦ ਜਾਂ ਹੋਰ ਜਿਹੜੇ ਪਸ਼ੂ ਨੇ ਉਹ ਮਾਸ ਨਹੀਂ ਖਾਂਦੇ। ਉਹਨਾਂ ਦਾ ਇੱਕ ਧਰਮ ਹੈ, ਕਿਉਂਕਿ ਉਹ ਸ਼ਾਕਾਹਾਰੀ ਪਸ਼ੂ ਨੇ। ਸ਼ੇਰ ਦਾ ਵੀ ਇੱਕ ਧਰਮ ਹੈ, ਸ਼ੇਰ ਮਾਸ ਖਾਂਦਾ ਹੈ, ਪਰ ਉਹਨੂੰ ਚਾਹੇ 10 ਦਿਨ ਚਾਹੇ 15 ਦਿਨ ਮਹੀਨਾ ਨਾ ਪ੍ਰਾਪਤ ਹੋਵੇ, ਕੋਈ ਸ਼ਿਕਾਰ ਨਾ ਮਿਲੇ, ਮਾਸ ਨਾ ਮਿਲੇ, ਆਪਣੇ ਪ੍ਰਾਣ ਤੇ ਤਿਆਗ ਦੇਗਾ। ਪਰ ਕਦੀ ਇਹ ਨਹੀਂ ਸੁਣਿਆ ਹੋਵੇਗਾ ਕਿ ਕਿਸੇ ਸ਼ੇਰ ਨੇ ਪੱਠੇ ਖਾਧੇ ਨੇ, ਘਾਹ ਖਾਧਾ। ਉਹਨਾਂ ਦਾ ਇੱਕ ਧਰਮ ਹੈ, ਜਿਵੇਂ ਦੀ ਰੱਬ ਨੇ ਉਹਨਾਂ ਦੀ ਖੁਰਾਕ ਬਣਾਈ ਹੈ, ਇਹ ਤੇ ਉਹਨਾਂ ਦੀ ਖੁਰਾਕ ਹੈ ਨਾ। ਪਰ ਵਾਰੇ ਜਾਈਏ ਇਸ ਇਨਸਾਨ ਤੋਂ, ਮਨੁੱਖ ਤੋਂ, ਬਈ ਜੋ ਇਹਦੇ ਸਾਹਮਣੇ ਆ ਜਾਏ ਇਹ ਕਿਸੇ ਨੂੰ ਨਹੀਂ ਬਖਸ਼ਦਾ, ਸਭ ਹਜਮ ਕਰ ਜਾਂਦਾ ਹੈ। ਪਰ ਸਤਿਗੁਰੂ ਕੀ ਬਾਣੀ ਕਹਿੰਦੀ ਬੰਦੇ ਦਾ ਤੇਰਾ ਵੀ ਕੋਈ ਨਾ ਕੋਈ ਧਰਮ ਹੋਣਾ ਚਾਹੀਦਾ ਹੈ, ਇਹ ਸਭ ਕੁਝ ਹਜਮ ਕਰ ਜਾਂਦਾ ਹੈ। ਪਾਤਸ਼ਾਹ ਨੇ ਇੱਥੇ ਸਾਨੂੰ ਇਹੀ ਹੁਕਮ ਕੀਤਾ ਹੈ, ਸੁਚੇਤ ਕੀਤਾ ਹੈ, ਬਈ ਤੂੰ ਖਾਣ ਲੱਗਿਆ ਵੀ ਕੁਝ ਸੋਚ ਤੇ ਸਮਝ ਕਰਕੇ ਖਾਈ, ਕਿਤੇ ਖਾਧਾ ਹੋਇਆ ਤੇਰਾ ਵਿਕਾਰ ਨਾ ਬਣ ਜਾਏ। ਔਰ ਅੱਜ ਦੇ ਯੁੱਗ ਅੰਦਰ ਇਹ ਸੁੱਕੇ ਪ੍ਰਸ਼ਾਦੇ ਜਿਹੜੇ ਨੇ ਇਹੀ ਹਜਮ ਕਰਨੇ ਅਸਲ ਦੇ ਵਿੱਚ ਬੜੀ ਔਖਾਈ ਹੁੰਦੀ ਹੈ। ਔਰ ਭਾਰੀਆਂ ਖੁਰਾਕਾਂ ਨੂੰ ਖਾ ਕਰਕੇ ਤਰ੍ਹਾਂ ਤਰ੍ਹਾਂ ਦੇ ਫਿਰ ਰੋਗ ਪੈਦਾ ਹੁੰਦੇ ਨੇ। ਗੁਰੂ ਨੇ ਸਾਡੇ ਮਨ ਦਾ, ਆਤਮਾ ਦਾ ਵੀ ਖਿਆਲ ਰੱਖਿਆ ਤੇ ਸਾਡੇ ਸਰੀਰ ਦਾ ਵੀ ਮੇਰਾ ਸਿੱਖ ਜਿਹੜਾ ਹੈ ਇਹ ਕਿਸੇ ਦੁੱਖ ਬਿਮਾਰੀ ਦੀ ਚਪੇਟ ਵਿੱਚ ਨਾ ਆਵੇ, ਇਹ ਸਰੀਰ ਕਰਕੇ ਵੀ ਤੰਦਰੁਸਤ ਹੋਵੇ, ਚੰਗੀ ਖੁਰਾਕ ਖਾਏ, ਚੰਗੇ ਪਦਾਰਥ ਛਕੇ। 36 ਪ੍ਰਕਾਰ ਦੇ ਪਦਾਰਥ ਨੇ, ਪਰ ਸਾਹਿਬ ਜੀ ਕਹਿੰਦੇ ਨੇ ਉਹਨਾਂ ਦਾ ਤੂੰ ਸੇਵਨ ਕਰੇ ਚੰਗੇ ਪਦਾਰਥਾਂ ਦਾ, ਤੇ ਮਾੜੇ ਪਦਾਰਥਾਂ ਦਾ ਤਿਆਗ ਕਰ ਦੇਈਂ, ਜਿਹਦੇ ਵਿੱਚ ਅਨੇਕਾਂ ਨਸ਼ੇ ਪਦਾਰਥ ਹੁੰਦੇ ਨੇ, ਨਸ਼ੀਲੇ ਪਦਾਰਥ ਹੁੰਦੇ ਨੇ। ਔਰ ਸਿੱਖ ਨੂੰ ਹੁਕਮ ਹੈ ਕਿ ਕੇਵਲ ਤੇ ਕੇਵਲ ਖੁਰਾਕ ਆਪਣੀ ਭਜਨ ਬੰਦਗੀ ਦੀ ਬਣਾਏ, ਔਰ ਪ੍ਰਸ਼ਾਦੇ ਦੀ ਸਰੀਰਕ ਜਿਹੜੀ ਖੁਰਾਕ ਹੈ, ਔਰ ਜਿਤਨੀ ਹਲਕੀ ਫੁਲਕੀ ਖੁਰਾਕ ਹੋਵੇਗੀ ਤੇ ਗੁਰਮੁਖੋ ਬਾਣੀ ਪੜ੍ਹਨ ਵਾਲਾ ਹੈ ਚਾਹੇ ਨਾਮ ਸਿਮਰਨ ਕਰਨ ਵਾਲਾ ਹੈ, ਉਹਨੂੰ ਬੜੀ ਜ਼ਰੂਰਤ ਹੈ। ਘੱਟ ਸੌਣਾ, ਘੱਟ ਖਾਣਾ ਤੇ ਘੱਟ ਬੋਲਣਾ ਸੀਮਤ। ਪਰ ਸਾਡਾ ਅੱਜ ਐਸਾ ਵੀ ਸਾਡਾ ਸੌਣ ਵੀ ਵੱਧ ਗਿਆ, ਬੁਲਾਰਾ ਵੀ ਸਾਡਾ ਵੱਧ ਗਿਆ। ਬਿਨਾਂ ਗੱਲ ਤੋਂ ਅਸੀਂ ਸਾਰਾ ਦਿਨ ਪਤਾ ਨਹੀਂ ਕਿਤਨੇ ਕੁ ਵੱਡੇ ਵੱਡੇ ਭਾਸ਼ਣ ਦਿੰਦੇ ਹਾਂ, ਔਰ ਸਾਡੇ ਭਾਸ਼ਣ ਜਿਹੜੇ ਨੇ ਉਹ ਅਸੀਂ ਹਮੇਸ਼ਾ ਦੂਸਰੇ ਵੱਲ ਇਸ਼ਾਰਾ ਕਰਕੇ ਦੂਸਰੇ ਨੂੰ ਸਮਝਾਉਣ ਦੇ ਯਤਨ ਕਰ ਰਹੇ ਸੀ। ਦੂਸਰੇ ਨੂੰ, ਆਪਣੇ ਆਪ ਨੂੰ ਸਮਝਾਉਣ ਦਾ ਕਦੀ ਯਤਨ ਨਹੀਂ ਕੀਤਾ। ਸਾਡੀ ਨੀਂਦ ਵੱਧ ਗਈ, ਸਾਡੀ ਖੁਰਾਕ ਵੱਧ ਗਈ। ਜਿਸ ਇਨਸਾਨ ਨੇ ਪੇਟ ਭਰ ਕੇ ਰੋਜ਼ ਭੋਜਨ ਛਕਿਆ, ਅਵਸ਼ ਉਹਨੂੰ ਨੀਂਦ ਆਵੇਗੀ, ਬਹੁਤ ਜ਼ਿਆਦਾ ਸੋਵੇਗਾ। ਅਲਪ ਆਹਾਰ ਸੁਲਪ ਸੀ ਨਿੰਦਰਾ। ਪਾਤਸ਼ਾਹ ਕਹਿੰਦੇ ਨੇ ਤੇਰਾ ਅਲਪ ਆਹਾਰ ਹੋਵੇ, ਹਲਕਾ ਫੁਲਕਾ ਜਿਹਾ, ਤੇ ਨਿੰਦਰਾ ਤੇਰੀ ਜਿਹੜੀ ਹੈ ਉਹ ਇੱਕ ਚਿੜੀ ਵਰਗੀ ਹੋਵੇ, ਭਾਵ ਕਿ ਹਰ ਵਕਤ ਤੂੰ ਤਿਆਰ ਰਵੇਂ ਉੱਠਣ ਵਾਸਤੇ।
ਤੇ ਜਿਸ ਨੇ ਬਹੁਤ ਸਾਰੀ ਖੁਰਾਕ ਖਾ ਲਈ, ਉਹ ਖੁਰਾਕ ਆਪਣਾ ਅਸਰ ਦੇਗੀ, ਉਹ ਫਿਰ ਸਾਨੂੰ ਭਜਨ ਬੰਦਗੀ ਤੇ ਸਿਮਰਨ ਵਿੱਚ ਜੁੜਨ ਨਹੀਂ ਦੇਗੀ। ਇਹੀ ਕਾਰਨ ਹੈ ਵੀ ਜੇ ਅਸੀਂ ਸਿਮਰਨ ਵਿੱਚ ਲੱਗਣੇ ਆ, ਬਾਣੀ ਪੜ੍ਹਨ ਲੱਗਣੇ ਆ, ਤੇ ਕਈ ਪ੍ਰਕਾਰ ਦੇ ਫਿਰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਫਲਾਣਾ ਗੁਰੂ ਕਾ ਸਿੱਖ ਬਾਣੀ ਪੜ੍ਹਦਾ ਪੜ੍ਹਦਾ ਸੌਂ ਗਿਆ, ਕਿਉਂਕਿ ਸਰੀਰਕ ਖੁਰਾਕ ਜਿਹੜੀ ਬਹੁਤ ਵਧਾ ਲਈ। ਤੇ ਗੁਰੂ ਕੀ ਸੰਗਤ ਜਿਤਨਾ ਅਸੀਂ ਜ਼ਿੰਦਗੀ ਦੇ ਵਿੱਚ ਘੱਟ ਸੋਵਾਂਗੇ, ਸਿਆਣੇ ਆਖਦੇ ਨੇ ਵਿਦਵਾਨ, ਸੁੱਤਿਆਂ ਸਵਾਸਾਂ ਦੀ ਰਫ਼ਤਾਰ ਵੱਧਦੀ ਏ। ਭਾਵ ਕਿ ਸਾਡੇ ਸਵਾਸ ਸੁੱਤਿਆਂ ਜ਼ਿਆਦਾ ਘਟਦੇ ਨੇ ਜਿੰਨਾ ਜ਼ਿਆਦਾ ਸੋਵਾਂਗੇ। ਸੀਮਤ ਰਹੋ ਜਿੰਨੀ ਕੁ ਸਰੀਰ ਨੂੰ ਕੋਈ 5-4 ਘੰਟਿਆਂ ਦੀ 7 ਦੀ ਲੋੜ, ਨੀਂਦ ਦੀ ਨੀਂਦ ਵੀ ਦਿਓ। ਭੋਜਨ ਵੀ ਇਸ ਨੂੰ ਛਕਾਓ, ਪਰ ਸਵੱਲਾ ਤੇ ਸਾਦਾ ਭੋਜਨ ਇਸ ਸਰੀਰ ਨੂੰ ਦਿਓ, ਤਾਂ ਕਿ ਸਿਆਣੇ ਆਖਦੇ ਨੇ ਵੀ ਜੈਸਾ ਅੰਨ ਤੈਸਾ ਮਨ। ਜਿਵੇਂ ਦਾ ਅੰਨ ਛਕਾਂਗੇ ਉਵੇਂ ਦੀ ਮਨ ਦੀ ਅਵਸਥਾ ਬਣੇਗੀ। ਤੇ ਗੁਰਮੁਖੋ, ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ, ਫਿਰ ਜਿਹੜਾ ਛਕਣਾ ਹੈ ਨਾ ਛਕਣਾ ਹੈ, ਇਹਦੇ ਵਿੱਚ ਵੀ ਰਸ ਉਦੋਂ ਬਣੇਗਾ, ਮਨ ਨੂੰ ਸਕੂਨ ਮਿਲੇਗਾ, ਸ਼ਾਂਤੀ ਮਿਲੇਗੀ, ਜਿਹੜੀ ਕਮਾਈ ਦਾ ਪ੍ਰਸ਼ਾਦਾ ਸਾਡੀ 10 ਨਵਾਂ ਦੀ ਦਾ ਹੋਵੇਗਾ, 10 ਨਵਾਂ ਦੀ ਕਮਾਈ ਦਾ। ਫਿਰ ਵੇਖਣਾ ਉਹਦਾ ਆਨੰਦ ਕੀ ਹੈ। 10 ਨਵਾਂ ਦੀ ਕਮਾਈ ਕਰਕੇ ਅਸੀਂ ਕਿਰਤ ਕਰਕੇ ਜਿਹੜੇ ਆਪਣੇ ਘਰ ਵਿੱਚ ਵਰਤੋਂ ਕਰਾਂਗੇ, ਸੱਚ ਹੈ ਵੀ ਕਦੀ ਉਹ ਧਨ ਦੌਲਤ ਮਾੜੇ ਪਾਸੇ ਨਹੀਂ ਲੱਗੇਗੀ, ਕਦੀ ਬਿਮਾਰੀ ਤੇ ਖਰਚ ਨਹੀਂ ਹੋਵੇਗਾ। ਔਰ ਜਦੋਂ ਆਪਾਂ ਉਸ ਧਨ ਮਾਇਆ ਨੂੰ, ਗੁਰੂ ਕੀ ਸੰਗਤ, ਕਿਸੇ ਦਾ ਪਰਾਇਆ ਹੱਕ ਖੋਹ ਕੇ ਖਾਂਦੇ ਆ, ਜਾਂ ਕਿਸੇ ਦਾ ਹੱਕ ਮਾਰ ਲੈਂਦੇ ਆ, ਕਿਸੇ ਨਾਲ ਜਾਂ ਧੋਖਾ ਕਰ ਲੈਂਦੇ ਆ, ਚੋਰੀ ਤੇ ਠੱਗੀ ਤੇ ਫਰੇਬੀ ਕਰ ਲੈਂਦੇ ਆ, ਉਦੋਂ ਤੇ ਮਨ ਨੂੰ ਬੜੀ ਤਸੱਲੀ ਹੁੰਦੀ ਏ ਵੀ ਇੰਨੇ ਸਰੀ ਮੈਂ ਧਨ ਮਾਇਆ ਇਕੱਠੀ ਕਰ ਲਈਏ। ਦੁਨੀਆ ਇਹ ਮਹੀਨਾ ਭਰ ਮਿਹਨਤ ਕਰਕੇ ਨਹੀਂ ਕਮਾ ਸਕਦੀ, ਮੈਂ ਇੱਕ ਦਿਨ ਦੇ ਵਿੱਚ ਇਕੱਠੀ ਕਰ ਲਈ, ਪਰ ਉਹਦਾ ਰਿਜ਼ਲਟ ਜਿਹੜਾ ਹੈ ਉਹ ਬੜਾ ਗਲਤ ਆਉਂਦਾ ਹੈ। ਸਤਿਗੁਰੂ ਕੀ ਬਾਣੀ ਕਹਿੰਦੇ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਮਝੋ ਇਹ ਵੀ ਆਪਾਂ ਮੁਰਦਾਰ ਖਾ ਰਹੇ ਹਾਂ, ਇੱਕ ਖੁਰਾਕ ਜਿਹੜੀ ਹੈ ਮੁਰਦਾਰ, ਮਰੇ ਹੋਏ ਪਸ਼ੂ ਦਾ ਮਾਸ, ਜਿਹਦੇ ਵਿੱਚੋਂ ਬਦਬੂ ਆਉਂਦੀ ਹੈ, ਜਿਹਨੂੰ ਜਨੌਰ ਵੀ ਖਾਣ ਵਾਸਤੇ ਤਿਆਰ ਨਹੀਂ ਹੁੰਦੇ। ਭਾਵ ਕਿ ਸਤਿਗੁਰੂ ਨੇ ਉਹਦੇ ਨਾਲ ਤੁਲਨਾ ਕੀਤੀ ਹੈ। ਕਿਸੇ ਦਾ ਹੱਕ ਮਾਰਨਾ, ਕਿਰਤ ਕਰਕੇ ਜਿਤਨਾ ਮਰਜ਼ੀ ਕਮਾਓ, ਉਸ ਰੱਬ ਦਾ ਸ਼ੁਕਰਗੁਜ਼ਾਰ ਹੋਵੋ। ਸਤਿਗੁਰੂ ਨੇ ਐਵੇਂ ਥੋੜ੍ਹਾ ਬਾਣੀ ਵਿੱਚ ਕਿਹਾ ਹੈ। ਅੱਜ ਅਸੀਂ ਸੋਚਦੇ ਹਾਂ ਵੀ ਕੋਈ ਗੱਲ ਨਹੀਂ, ਮਿਲ ਜਾਏ ਸੇ ਜਿਵੇਂ ਮਰਜ਼ੀ, ਪਰ ਸਮਾਂ ਜ਼ਰੂਰ ਲੱਗਦਾ ਉਹਦੇ ਵਾਸਤੇ। ਕੁਝ ਸਮੇਂ ਬਾਅਦ ਮਨੁੱਖ ਨੂੰ ਪਛਤਾਤਾਪ ਹੁੰਦਾ ਹੈ ਵੀ ਅੱਜ ਜੋ ਰਿਜ਼ਲਟ ਮੇਰੇ ਸਾਹਮਣੇ ਵੇ ਨਾ, ਇਹਦਾ ਪਿਛੋਕੜ ਜਿਹੜਾ ਬੜਾ ਮਾੜਾ ਸੀ, ਪਤਾ ਹੁੰਦਾ ਹੈ, ਪਰ ਖਾਮੋਸ਼ ਹੋ ਜਾਂਦਾ ਹੈ। ਪਰਿਵਾਰ ਨੂੰ ਨਹੀਂ ਦੱਸਦਾ, ਕਿਸੇ ਸੰਗੀ ਸਾਥੀ ਨੂੰ ਨਹੀਂ ਦੱਸਦਾ। ਦੱਸਿਆ ਤੇ ਮੇਰੀ ਇੱਜ਼ਤ ਤੇ ਦਾਗ ਲੱਗੇਗਾ, ਲੋਕ ਆਖਣਗੇ ਐਵੇਂ ਦੇ ਕੰਮ ਕਰਦਾ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਵਿੱਚ ਕਿਹਾ ਹੈ ਕਿ ਬੜਾ ਸੋਚ ਸਮਝ ਕੇ ਛਕੋ। ਇੱਥੋਂ ਤੱਕ ਸਤਿਗੁਰੂ ਤੇ ਇਹ ਵੀ ਬਚਨ ਕਹਿ ਦਿੱਤੇ ਕਿ ਅਣਚਾਰੀ ਮਨੁੱਖ ਦਾ ਵੇਖ ਭੁੱਲ ਕੇ ਛਕੀ ਨਾ, ਅਣਚਾਰੀ ਮਨੁੱਖ ਦਾ। ਅਣਚਾਰੀ ਤੋਂ ਭਾਵ ਹੈ ਵੀ ਜਿਹਦਾ ਕੋਈ ਇਖਲਾਕ ਨਹੀਂ, ਜਿਹੜਾ ਆਚਰਣ ਤੋਂ ਡਿੱਗਿਆ ਪਿਆ ਹੈ, ਜਿਹਦੇ ਪਾਸ ਕੋਈ ਨਾਮ ਬੰਦਗੀ ਨਹੀਂ, ਜਿਹਦੇ ਮਨ ਦੇ ਵਿੱਚ ਕੋਈ ਪ੍ਰਭੂ ਦਾ ਪਿਆਰ ਨਹੀਂ, ਕੋਈ ਪਰਮਾਤਮਾ ਦੇ ਬਾਬਤ ਕਦੀ ਕੋਈ ਸਿਫਤ ਸਲਾਹ ਨਹੀਂ ਕੀਤੀ।
ਸਤਿਗੁਰੂ ਮਹਾਰਾਜ ਕਹਿੰਦੇ ਐਸੇ ਮਨੁੱਖ ਦਾ ਘਰ ਦਾ ਵੀ ਤੂੰ ਛਕ ਲਏਗਾ ਨਾ, ਵੇਖੀ ਤੇਰੀ ਭਜਨ ਬੰਦਗੀ ਦੇ ਵਿੱਚ ਇਹ ਇੱਕ ਬੜਾ ਵੱਡਾ ਵਿਘਨ ਪੈ ਜਾਏਗਾ। ਔਰ ਅਸੀਂ ਅੱਜ ਅਜੋਕਾ ਸਮਾਂ ਕੀ ਹੈ, ਅਜੋਕੇ ਸਮੇਂ ਦੇ ਵਿੱਚ ਅਸੀਂ ਕੋਈ ਪਰਵਾਹ ਕਰਦੇ ਨਹੀਂ। ਕਿਸੇ ਆਵਾਜ਼ ਮਾਰੀ ਚਲੋ ਜੀ, ਕਈ ਪ੍ਰਕਾਰ ਦੇ ਲਾਲਚ ਹੁੰਦੇ ਨੇ। ਜਦੋਂ ਵੀ ਕਿਸੇ ਗੁਰਸਿੱਖ ਨੂੰ ਕੋਈ ਸੱਦ ਬੁਲਾ ਕਰਕੇ ਘਰ ਦੇ ਵਿੱਚ ਪ੍ਰਸ਼ਾਦਾ ਛਕਾਉਂਦਾ ਹੈ ਨਾ, ਗੁਰਮੁਖ ਪਿਆਰਿਓ, ਪ੍ਰਸ਼ਾਦਾ ਤਿਆਰ ਕਰਨ ਤੋਂ ਪਹਿਲਾਂ ਕਮ ਸੇ ਕਮ ਉਸ ਮਾਲਕ ਦੇ ਗੁਣ ਗਾਓ, ਦੀ ਬਾਣੀ ਪੜ੍ਹ ਕੇ ਤਿਆਰ ਕਰੋ। ਔਰ ਜਿੱਥੇ ਆਪ ਜੀ ਦੀ ਭਾਵਨਾ ਬੜੀ ਚੰਗੀ ਏ ਵੀ ਕਿਸੇ ਗੁਰਸਿੱਖ ਨੂੰ ਘਰ ਵਿੱਚ ਸੱਦ ਕਰਕੇ ਪ੍ਰਸ਼ਾਦਾ ਛਕਾਉਣਾ, ਭਾਵਨਾ ਬੜੀ ਚੰਗੀ ਏ, ਪਰ ਉਸ ਗੁਰਸਿੱਖ ਨੂੰ ਤੁਸੀਂ ਆਵਾਜ਼ ਮਾਰਦੇ ਹੋ, ਉਹ ਤੁਹਾਡੀ ਸ਼ਰਧਾ ਨੂੰ ਵੇਖ ਕਰਕੇ ਚਲਾ ਜਾਂਦਾ ਛਕਣ ਵਾਸਤੇ, ਇਨਕਾਰੀ ਨਹੀਂ ਹੋ ਸਕਦਾ ਉਹ। ਪਰ ਉਹ ਤੇ ਆਪਣਾ ਧਰਮ ਨਿਭਾ ਰਿਹਾ ਵੀ ਇਹਨਾਂ ਮੈਨੂੰ ਯਾਦ ਕੀਤਾ, ਆਵਾਜ਼ ਮਾਰੀ ਹੈ, ਮੇਰਾ ਜਾਣਾ ਫਰਜ਼ ਬਣਦਾ ਹੈ। ਪਰ ਜੇ ਤੁਹਾਨੂੰ ਪਤਾ ਹੈ ਵੀ ਗੁਰੂ ਕੇ ਸਿੱਖ ਨੂੰ ਪ੍ਰਸ਼ਾਦਾ ਛਕਾਉਣਾ ਗੁਰੂ ਦੀ ਅਸੀਸ ਪ੍ਰਾਪਤ ਕਰਨ ਤੁੱਲ ਹੈ, ਵੀ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ, ਇਹਦੇ ਵਾਸਤੇ ਆਪ ਜੀ ਦਾ ਵੀ ਫਰਜ਼ ਬਣਦਾ ਹੈ, ਸਭ ਦਾ ਫਰਜ਼ ਬਣਦਾ ਹੈ ਬਈ ਸਾਡੇ ਵੀ ਕੁਝ ਨਾ ਕੁਝ ਅਸੂਲ ਹੋਣੇ ਚਾਹੀਦੇ ਨੇ। ਅਸੂਲਾਂ ਨੂੰ, ਮਰਿਆਦਾ ਨੂੰ ਬਿਲਕੁਲ ਛਿੱਕੇ ਤੇ ਨਹੀਂ ਟੰਗਣਾ ਚਾਹੀਦਾ। ਵੇਖੋ ਸਮਰਪਣ ਤੇ ਕੋਈ ਹੋ ਨਹੀਂ ਸਕਦਾ ਪੂਰਾ, ਪਰ ਕੁਝ ਨਾ ਕੁਝ ਤੇ ਕੋਸ਼ਿਸ਼ ਕਰੀਏ ਵੀ ਸਾਡੀ ਕਿਰਤ ਕਮਾਈ ਜਿਹੜੀ ਹੈ ਇਹ ਦਸਾਂ ਨੋਹਾਂ ਦੀ ਤੇ ਘੱਟ ਤੋਂ ਘੱਟ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕੇ ਬ੍ਰਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਤਾਣ, ਫਿਟਕ ਫਿਟਕਾਂ ਕੋੜ ਬਦੀਆਂ ਸਦਾ ਸਦਾ ਅਭਿਮਾਨ, ਪਾਹੇ ਏਤੇ ਜਾਹੇ ਵੀਸਰ ਨਾਨਕਾ ਇੱਕ ਨਾਮ। ਅਣਚਾਰੀ ਦਾ ਜ਼ਿਕਰ ਕੀਤਾ ਹੈ ਤੇ ਕਿੱਡਾ ਵੱਡਾ ਪਾਪ ਦੱਸਿਆ। ਇਹਨੂੰ ਕਿਹੜੀ ਲਿਸਟ ਵਿੱਚ ਰੱਖਿਆ ਸਤਿਗੁਰਾਂ ਨੇ? ਕਹਿੰਦੇ ਨੇ ਬ੍ਰਹਮਣ ਕੈਲੀ ਘਾਤ ਕੰਜਕਾਂ, ਇੱਥੇ ਬ੍ਰਹਮਣ ਤੋਂ ਭਾਵ ਹੈ ਵਿਦਵਾਨ। ਵਿਦਵਾਨ ਦਾ ਕਤਲ ਕਰਨਾ ਜਿੱਡਾ ਵੱਡਾ ਪਾਪ ਹੈ। ਕੈਲੀ ਗਾਂ ਤੋਂ ਭਾਵ ਹੈ ਜਿਸ ਗਾਂ ਦੇ ਥਣ ਕਾਲੇ ਹੋਣ ਤੇ ਹੋਰ ਸਾਰੀ ਸਫੇਦ ਹੋਵੇ, ਉਹਨੂੰ ਕੈਲੀ ਗਾਂ ਕਹਿੰਦੇ ਨੇ। ਔਰ ਹਿੰਦੂ ਧਰਮ ਦੇ ਵਿੱਚ ਬੜਾ ਵੱਡਾ ਉਹਦਾ ਕਤਲ ਕਰਨਾ ਪਾਪ ਮੰਨਿਆ ਗਿਆ। ਸਤਿਗੁਰਾਂ ਨੇ ਇੱਕ ਦ੍ਰਿਸ਼ਟਾਂਤ ਦਿੱਤੇ ਨੇ, ਦ੍ਰਿਸ਼ਟਾਂਤ। ਹੋਰ ਗਾਂ ਦੇ ਨਾਲ ਗੁਰੂ ਦਾ ਕੋਈ ਸਰੋਕਾਰ ਨਹੀਂ ਹੈ, ਇੱਕ ਪਸ਼ੂ ਹੀ ਹੈ। ਪਾਤਸ਼ਾਹ ਕਹਿੰਦੇ ਜਿਵੇਂ ਹਿੰਦੂ ਧਰਮ ਕਹਿੰਦਾ ਹੈ ਵੀ ਬ੍ਰਹਮਣ ਦਾ, ਵਿਦਵਾਨ ਦਾ ਕਤਲ ਕਰਨਾ ਪਾਪ ਹੈ, ਕੈਲੀ ਗਾਂ ਦਾ ਕਤਲ ਕਰਨਾ ਬੜਾ ਵੱਡਾ ਪਾਪ ਹੈ, ਨਰਕਾਂ ਦੇ ਭਾਗੀ ਬਣਦੇ ਨੇ। ਬ੍ਰਹਮਣ ਕੈਲੀ ਘਾਤ ਕੰਜਕਾਂ, ਧੀਆਂ ਦਾ ਮਾਰਨਾ। ਤੇ ਸਤਿਗੁਰਾਂ ਨੇ ਤੇ ਆਪਣੇ ਹੁਕਮਨਾਮਿਆਂ ਵਿੱਚ ਵੀ ਕਿਹਾ ਹੈ ਨਾ ਵੀ ਕੁੜੀ ਮਾਰ ਦੇ ਨਾਲ ਵਰਤਣਾ ਨਹੀਂ, ਉਹਦੇ ਘਰ ਦਾ ਖਾਣਾ ਵੀ ਨਹੀਂ, ਉਹਦੇ ਨਾਲ ਸਾਂਝ ਵੀ ਨਹੀਂ ਰੱਖਣੀ, ਰੋਟੀ ਬੇਟੀ ਦੀ ਕਿਸੇ ਪ੍ਰਕਾਰ ਦੀ ਵੀ। ਤੇ ਅੱਜ ਅਸੀਂ ਗੁਰੂ ਕੀ ਸੰਗਤ ਵੇਖਨੇ ਆ ਵੀ ਅਸੀਂ ਇਸ ਪਾਸੋਂ ਵੀ ਗੁਰੇਜ਼ ਨਹੀਂ ਕਰਦੇ। ਬ੍ਰਹਮਣ ਕੈਲੀ ਘਾਤ ਕੰਜਕਾਂ, ਜਿਨ੍ਹਾਂ ਨੂੰ ਗੁਰੂ ਨੇ ਕਿਹਾ ਸੀ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਜਿਨ੍ਹਾਂ ਨੇ ਇਸ ਸੰਸਾਰ ਤੇ ਰਾਜਿਆਂ ਨੂੰ, ਗੁਰੂਆਂ ਨੂੰ ਜਨਮ ਦਿੱਤਾ। ਪੁੱਤਰ ਵਿੱਚ ਤੇ ਧੀ ਦੇ ਵਿੱਚ ਗੁਰੂ ਨੇ ਕੋਈ ਫਰਕ ਨਹੀਂ ਰੱਖਿਆ ਕਿਸੇ ਪ੍ਰਕਾਰ ਦਾ ਵੀ। ਇਹ ਸਾਰੇ ਫਰਕ ਅਸੀਂ ਪਾਏ ਨੇ ਤੇ ਗੁਰੂ ਵਾਸਤੇ ਬੜਾ ਵੱਡਾ ਪਾਪ ਹੈ ਜੇ ਐਸਾ ਆਪਾਂ ਸੋਚਨੇ ਆ ਜਾਂ ਕਰਨੇ ਆ। ਤੇ ਤੌਬਾ ਕਰੀਏ, ਜੇ ਕੋਈ ਕਰ ਬੈਠਾ ਹੈ ਅੱਗੋਂ ਵਾਸਤੇ ਸੁਚੇਤ ਹੋਈਏ ਔਰ ਜਗ ਜ਼ਾਹਰ ਵੀ ਕਰੀਏ ਦੁਨੀਆ ਸਾਹਮਣੇ, ਸੰਗਤ ਦੇ ਸਾਹਮਣੇ ਆਣ ਕਰਕੇ ਆਪਣੀ ਮਾਫੀ ਮੰਗੀਏ। ਆ ਮੈਂ ਘਿਨੌਣੀ ਤੇ ਮਾੜੀ ਹਰਕਤ ਕਰ ਚੁੱਕਾ ਵਾਂ, ਪਾਪ ਕਰ ਚੁੱਕਾ ਵਾਂ, ਤਾਂ ਕਿ ਉਹਦਾ ਮੈਸੇਜ, ਸੰਦੇਸ਼ ਜਿਹੜਾ ਹਜ਼ਾਰਾਂ ਤੱਕ ਪਹੁੰਚੇ ਔਰ ਦੁਨੀਆ ਨੂੰ ਕੋਈ ਸੇਧ ਮਿਲੇ।
ਬ੍ਰਹਮਣ ਕੈਲੀ ਘਾਤ ਕੰਜਕਾਂ, ਅਣਚਾਰੀ ਕਾ ਧਾਨ। ਅਣਚਾਰੀ ਮਨੁੱਖ ਦਾ ਧਾਨ, ਉਹਦੇ ਘਰ ਦਾ ਭੋਜਨ ਪ੍ਰਸ਼ਾਦਾ। ਸਤਿਗੁਰੂ ਮਹਾਰਾਜ ਕੇ ਇਹ ਵੀ ਛਕਿਆ ਬੜਾ ਵੱਡਾ ਪਾਪ ਹੈ। ਪਰ ਵੇਖੋ ਅਸੀਂ ਨਹੀਂ ਵੇਖਦੇ ਵੀ ਕਿਵੇਂ ਦੀ ਕਮਾਈ ਹੈ, ਆਉਣ ਦਿਓ। ਅਸੀਂ ਕਹਿੰਦੇ ਜੱਫਾ ਮਾਰ ਲਓ, ਪਰ ਉਹ ਬੜਾ ਇੱਕ ਦਿਨ ਦੁਖਦਾਈ ਹੁੰਦਾ ਹੈ। ਪਾਤਸ਼ਾਹ ਨੇ ਵੇਖੋ ਸਾਨੂੰ ਕਿਵੇਂ ਚਾਰ ਛਫੇਰਿਓਂ ਸੰਭਾਲਣ ਦੀ ਗੱਲ ਕੀਤੀ। ਮੇਰਾ ਸਿੱਖ ਜਿਹੜਾ ਹੈ ਇਹ ਸਾਫ ਸੁਥਰੀ ਜ਼ਿੰਦਗੀ ਜਿਵੇਂ, ਇਹਦੇ ਮਨ ਦੇ ਵਿੱਚ ਕੋਈ ਪਾਪ ਨਾ ਹੋਵੇ, ਕੋਈ ਈਰਖਾ ਨਾ ਹੋਵੇ, ਇਹ ਸਰਬੱਤ ਦਾ ਭਲੇਵਾਨ ਬਣੇ। ਤੇ ਇਹ ਜਦੋਂ ਸਾਡੇ ਵਿੱਚ ਖੂਬੀਆਂ ਆ ਜਾਣਗੀਆਂ ਨਾ, ਸਾਰੀਆਂ ਖੂਬੀਆਂ ਜਿਹੜੀਆਂ ਗੁਰੂ ਨੇ ਦੱਸੀਆਂ ਨੇ, ਤੇ ਇਹਨਾਂ ਖੂਬੀਆਂ ਨੂੰ ਵੇਖ ਕਰਕੇ ਸਾਰਾ ਸੰਸਾਰ ਸਿੱਖ ਅੱਗੇ ਝੁਕ ਜਾਏਗਾ ਵੀ ਹਾਂ, ਗੁਰੂ ਨਾਨਕ ਨੇ ਜਿਹੜਾ ਧਰਮ ਬਣਾਇਆ ਦੁਨੀਆ ਤੋਂ ਅਲੱਗ ਬਣਾਇਆ ਹੈ, ਸਾਰੀ ਦੁਨੀਆ ਤੋਂ ਅਲੱਗ। ਪਾਤਸ਼ਾਹ ਕਹਿੰਦੇ ਨੇ ਜੇ ਐਸਾ ਤੂੰ ਕਰਨਾ ਹੈ, ਤੇਰਾ ਜਪਿਆ ਹੋਇਆ, ਤੇਰਾ ਸਿਮਰਿਆ ਹੋਇਆ ਉਹ ਸਭ ਕੁਝ ਦਗਦ ਹੋ ਜਾਂਦਾ। ਕੋੜ ਬਦੀਆਂ ਸਦਾ ਸਦਾ ਅਭਿਮਾਨ। ਪਾਤਸ਼ਾਹ ਕਹਿੰਦੇ ਸਾਰੀਆਂ ਜਿਤਨੀਆਂ ਵੀ ਬਦੀਆਂ ਦਾ ਘਰ ਏ, ਉਹ ਪ੍ਰਵੇਸ਼ ਕਰ ਜਾਂਦੀਆਂ ਨੇ ਸਾਰੀਆਂ ਬਦੀਆਂ, ਜਦੋਂ ਤੇਰੇ ਵਿੱਚ ਇਹ ਔਗਣ ਪੈਦਾ ਹੋ ਜਾਂਦੇ ਨੇ। ਬ੍ਰਾਹਮਣ ਕੈਲੀ ਘਾਤ ਕੰਜਕਾਂ, ਅਣਚਾਰੀ ਕਾ ਧਾਨ। ਅਣਚਾਰੀ ਦਾ ਧਾਨ ਜਿਹੜਾ ਹੈ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕੇ ਇਹ ਵੀ ਬੜਾ ਵੱਡਾ ਪਾਪ ਹੈ। ਤੇ ਪਾਤਸ਼ਾਹ ਦਾ ਕਹਿਣ ਤੋਂ ਭਾਵ ਹੈ ਬਈ ਤੂੰ ਕੀ ਛਕਣਾ ਹੈ, ਕਿ ਇਸ ਭੋਜਨ ਬਾਰੇ ਸਤਿਗੁਰਾਂ ਨੇ ਅੱਜ ਜ਼ਿਕਰ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਵਾਰਤਾ ਮਿਲਦੀ ਹੈ। ਉਹ ਬੰਦਗੀ ਕਰਨ ਵਾਲੇ ਸਨ, ਸਿਮਰਨ ਕਰਨ ਵਾਲੇ ਸਨ। ਇੱਕ ਰਾਤ ਉਹਨਾਂ ਦੀ ਸੁਰਤ ਨਹੀਂ ਜੁੜੀ, ਮਨ ਨੂੰ ਬੜਾ ਦੁੱਖ ਹੋਇਆ, ਕੋਈ ਕਾਰਨ ਹੈ, ਔਰ ਕਾਰਨ ਨੂੰ ਲੱਭਣਾ ਕੀਤਾ, ਉਹਦੀ ਪੜਤਾਲ ਕੀਤੀ ਬਈ ਅੱਜ ਕੋਈ ਕਾਰਨ ਹੈ। ਆਪਣੇ ਮੁਰਸ਼ਿਦ ਨੂੰ ਪੁੱਛਿਆ ਜੀ ਅੱਜ ਮੇਰਾ ਚਿੱਤ ਨਹੀਂ ਜੁੜਿਆ, ਸੁਰਤ ਇਕਾਗਰ ਨਹੀਂ ਹੋਈ। ਉਹਨਾਂ ਕਿਹਾ ਵੇਖ ਕਿਤੇ ਕੋਈ ਭੋਜਨ ਤੇ ਐਸਾ ਵੈਸਾ ਨਹੀਂ ਛਕ ਲਿਆ। ਕਹਿੰਦੇ ਨਹੀਂ, ਭੋਜਨ ਤੇ ਐਸਾ ਵੈਸਾ ਨਹੀਂ ਛਕਿਆ। ਭੋਜਨ ਤੇ ਉਹੀ ਛਕਿਆ ਜਿਹੜਾ ਆਸ਼ਰਮ ਵਿੱਚ ਡੇਰੇ ਵਿੱਚ ਬਣਦਾ ਹੈ। ਸੇਵਾਦਾਰਾਂ ਨੂੰ ਪੁੱਛਿਆ, ਕਹਿਣ ਲੱਗੇ ਭੋਜਨ, ਕਹਿਣ ਲੱਗੇ ਭੋਜਨ ਜਿਹੜਾ ਉਹੀ ਭਿੱਖਿਆ ਮੰਗ ਕੇ ਲਿਆਂਦੀ ਸੀ, ਔਰ ਜਿਨ੍ਹਾਂ ਦੇ ਘਰੋਂ ਮੰਗ ਕੇ ਲਿਆਂਦੀ ਸੀ ਉਹ ਤੇ ਬੜੇ ਨੇਕ ਬੰਦੇ ਨੇ, ਭਜਨ ਬੰਦਗੀ ਵਾਲੇ ਨੇ, ਗੁਰਮੁਖ ਪਿਆਰੇ ਨੇ। ਜਦੋਂ ਘੋਖ ਕੀਤੀ ਨਾ ਘੋਖ, ਅਖੀਰ ਵਿੱਚ ਗੱਲ ਦਾ ਸਿੱਟਾ ਇਹ ਨਿਕਲਿਆ ਕਿ ਬੜੇ ਚੰਗੇ ਘਰ ਦੇ ਵਿੱਚੋਂ ਭੋਜਨ ਤੇ ਬਣਿਆ ਹੈ, ਨੇਕ ਪੁਰਸ਼ਾਂ ਦੇ ਘਰੋਂ, ਗੁਰਮੁਖਾਂ ਦੇ ਘਰ ਦਾ ਭੋਜਨ ਹੈ ਤੇ 10 ਨਵਾਂ ਦੀ ਕਮਾਈ ਦਾ। ਪਰ ਕਹਿੰਦੇ ਨੇ ਜਦੋਂ ਅੱਗ ਬਾਲਣ ਲੱਗੇ ਨਾ ਚੁੱਲ੍ਹ ਵਿੱਚ, ਤੇ ਘਰ ਵਿੱਚ ਬਾਲਣ ਥੋੜਾ ਸੀ, ਸੋਚਿਆ ਵੀ ਗੁਆਂਢੀ ਵੱਲੋਂ 2 ਗੋਹੇ ਫੜ ਲਈਏ ਪਾਥੀਆਂ, ਤੇ ਉਹ 2 ਪਾਥੀਆਂ ਜਿਹੜੀ ਇਸਨੇ ਗੁਆਂਢੀ ਵੱਲੋਂ ਪਕੜੀਆਂ, ਸੁੱਕੀਆਂ ਪਾਥੀਆਂ ਵੀ ਅੱਗ ਬਾਲਣੀ। ਕਹਿੰਦੇ ਨੇ ਉਹ ਜਿਹੜੇ ਗੁਆਂਢੀ ਸਨ ਉਹਨਾਂ ਕਿਤੇ ਮੱਝ ਚੋਰੀ ਦੀ ਕੱਢੀ ਸੀ, ਉਹਦੀ ਵੇਖੋ ਬੈਕਗਰਾਉਂਡ, ਔਰ ਕਹਿੰਦੇ ਨੇ ਵੇਖੋ ਮੱਝ ਚੋਰੀ ਦੀ ਸੀ, ਉਹਦੀ ਅੱਗ ਬਲੀ ਕੇਵਲ, ਹੋਰ ਸਭ ਦਾਣਾ ਪਾਣੀ ਕਿਸੇ ਦਾ ਹੈ। ਤੇ ਬਾਬਾ ਫਰੀਦ ਸਾਹਿਬ ਜੀ ਨੇ ਕਹਿੰਦੇ ਨੇ ਸਾਡੀ ਅੱਜ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਾਡੀ ਸੁਰਤ ਨਹੀਂ ਜੁੜੀ। ਤੇ ਗੁਰਮੁਖੋ ਆਪਾਂ ਖਿਆਲ ਕਰੀਏ ਵੀ ਆਪਾਂ ਤੇ ਬੜਾ ਕੁਝ ਛਕ ਜਾਂਦੇ ਹਾਂ, ਕੋਈ ਗੁਰੇਜ਼ ਕਰਦੇ ਹੀ ਨਹੀਂ। ਸਤਿਗੁਰੂ ਸਾਹਿਬ ਬਖਸ਼ਿਸ਼ ਕਰਨ, ਅਸੀਂ ਹੱਕ ਹਲਾਲ ਦੀ ਕਮਾਈ, ਉਹਦਾ ਭੋਜਨ ਪ੍ਰਸ਼ਾਦਾ ਛਕੀਏ, ਤਾਂ ਕਿ ਸਾਡਾ ਆਪਾ ਆਪ ਸਵਰ ਸਕੇ ਬਾਬਾ। ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਤਨ ਵੀ ਦੁਖੀ ਹੁੰਦਾ ਹੈ ਤੇ ਮਨ ਦੇ ਵਿੱਚ ਵੀ ਵਿਕਾਰ ਪੈਦਾ ਹੁੰਦੇ ਨੇ।
ਔਰ ਆਪਾਂ ਵੇਖਦੇ ਹਾਂ ਵੀ ਨਸ਼ੇ ਨਸ਼ੀਲੇ ਪਦਾਰਥ ਹੋਰ ਜਦੋਂ ਬੰਦਾ ਛਕਦਾ ਹੈ ਤੇ ਕੀ ਹੁੰਦਾ, ਵਿਕਾਰ ਪੈਦਾ ਹੁੰਦੇ ਨੇ, ਕਲ ਕਲੇਸ਼ ਪੈਦਾ ਹੋ ਜਾਂਦੇ ਨੇ, ਝਗੜੇ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਇਹ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਦੁੱਖਦਾਈ ਹੋ ਕਰਕੇ ਭਾਸਦੇ ਨੇ, ਤੂੰ ਇਹਨਾਂ ਤੋਂ ਬਚਾ ਕਰੀ, ਆਪਣੇ ਸਰੀਰ ਦਾ ਵੀ ਆਪਣੇ ਮਨ ਦਾ ਵੀ। ਚੰਗੀ ਖੁਰਾਕ ਛਕੀ। ਇਹ ਸਨ ਰਹਾਉ ਦੀਆਂ ਪੰਕਤੀਆਂ। ਆਰੰਭਕ ਪੰਕਤੀਆਂ ਹਨ ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾਹ ਲੋਣੇ। ਸਤਿਗੁਰੂ ਮਹਾਰਾਜ ਕਹਿੰਦੇ ਬਹੁਤ ਸਾਰੇ ਮਿੱਠੇ ਪਦਾਰਥ ਨੇ ਛਕਣ ਵਾਸਤੇ, ਔਰ ਕਈ ਪਦਾਰਥ ਸਲੂਣੇ ਨੇ। ਸਾਹ ਲੋਣੇ ਤੋਂ ਭਾਵੇਂ ਠੇਠ ਪਾਕਿਸਤਾਨੀ ਸ਼ਬਦ ਸਾਡੇ ਬਜ਼ੁਰਗ ਬੋਲਦੇ ਹੁੰਦੇ ਸਨ, ਕੀ ਸਲੂਣਾ ਬਣਾਇਆ, ਕੀ ਭਾਜੀ ਬਣਾਈ ਹੈ। ਭਾਵ ਕਿ ਨਮਕ ਵਾਲੇ ਨਮਕੀਨ ਪਦਾਰਥ। ਸਤਿਗੁਰੂ ਮਹਾਰਾਜ ਕੇ ਕਈ ਪ੍ਰਕਾਰ ਦੇ ਨਮਕੀਨ ਵਾਲੇ ਸਲੂਣੇ ਪਦਾਰਥ ਨੇ, ਕਈ ਮਿੱਠੇ ਪਦਾਰਥ ਨੇ। ਪਰ ਸਾਹਿਬ ਜੀ ਕਹਿੰਦੇ ਸਾਰੇ ਫਿੱਕੇ ਪੈ ਜਾਂਦੇ ਨੇ ਜਦੋਂ ਇਸ ਜ਼ੁਬਾਨ ਦੇ ਉੱਤੇ ਵਾਹਿਗੁਰੂ ਦਾ ਨਾਮ ਆਉਂਦਾ ਹੈ, ਜਦੋਂ ਸਿਮਰਨ ਚੱਲਦਾ ਹੈ, ਫਿਰ ਇਹਨਾਂ ਦੀ ਲਾਲਸਾ ਨਹੀਂ ਰਹਿੰਦੀ। ਸਾਰੇ ਸਵਾਦ ਜਿਹੜੇ ਨੇ ਫਿੱਕੇ ਪੈ ਜਾਂਦੇ ਨੇ, ਭਾਵੇਂ ਬੜੇ ਸਵਾਦੀ ਲੱਗਦੇ ਨੇ। ਸਤਿਗੁਰੂ ਕੀ ਬਾਣੀ ਕਹਿੰਦੇ ਸਭੇ ਵਸਤੂ ਕੌੜੀਆਂ। ਸਭ ਵਸਤੂਆਂ ਕੌੜੀਆਂ ਹੋ ਜਾਂਦੀਆਂ ਨੇ ਕਿਹਦੇ ਅੱਗੇ, ਸੱਚੇ ਨਾਉ ਮਿੱਠਾ। ਕੇਵਲ ਨਾਮ ਰੱਬ ਦਾ ਉਹਨੂੰ ਮਿੱਠਾ ਲੱਗਣ ਲੱਗ ਜਾਂਦਾ ਹੈ, ਬਾਣੀ ਮਿੱਠੀ ਲੱਗਣ ਲੱਗ ਜਾਂਦੀ ਹੈ। ਪਦਾਰਥਾਂ ਵੱਲ ਉਹਦੀ ਫਿਰ ਸੋਚ ਜਾਂਦੀ ਨਹੀਂ। ਉਹ ਤੇ ਉਹਨਾਂ ਕੁ ਛਕਦਾ ਹੈ ਸਿਰਫ ਸਰੀਰ ਨੂੰ ਜੀਵਤ ਰੱਖਣ ਵਾਸਤੇ, ਵੀ ਇਹਨੂੰ ਜਿਉਂਦਿਆਂ ਰੱਖਣਾ ਹੈ, ਚਲਾਣਾ ਫੇਰਨਾ ਇਹਨੂੰ। ਉਹਨੂੰ ਸਾਰੇ ਪਦਾਰਥ ਫਿੱਕੇ ਲੱਗਣ ਲੱਗ ਜਾਂਦੇ ਨੇ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ। ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੈ ਤੇ ਬੜੇ ਨਿਆਮਤੀ ਪਦਾਰਥ ਹੈ, ਬੜੇ ਮਿੱਠੇ ਨੇ, ਬੰਦੇ ਵਾਸਤੇ ਬਣੇ ਨੇ। ਪਰ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਨਾਮ ਅੱਗੇ ਇਹ ਵੀ ਫਿੱਕੇ ਪੈ ਜਾਂਦੇ ਨੇ। ਤੂੰ ਸਾਰੇ ਪਦਾਰਥਾਂ ਦਾ ਫਿਰ ਚਸਕਾ ਛੱਡ ਦੇਂਗਾ ਜਦੋਂ ਤੇਰੀ ਜ਼ੁਬਾਨ ਤੇ ਰੱਬ ਦਾ ਨਾਮ ਵਸ ਜਾਏਗਾ। ਤੇ ਰੱਬ ਦੀ ਨਾਮ ਨੇ ਹੀ ਸਾਡੇ ਮਨ ਨੂੰ ਸ਼ੁੱਧ ਕਰਨਾ ਹੈ, ਸਾਡੀ ਜ਼ੁਬਾਨ ਨੂੰ, ਸਾਡੀ ਸੁਰਤ ਨੂੰ। ਤੇ ਸਤਿਗੁਰੂ ਕੀ ਬਾਣੀ ਕਹਿੰਦੇ ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਇਸ ਰਸਨਾ ਨੇ ਤੇ ਕੇਵਲ ਨਾਮ ਦੇ ਨਾਲ ਹੀ ਪਵਿੱਤਰ ਹੋਣਾ ਹੈ, ਔਰ ਇਹਦਾ ਜਪਿਆ ਹੋਇਆ ਮਨ ਪਵਿੱਤਰ ਹੋ ਜਾਏਗਾ, ਸੋਚ ਬਦਲ ਜਾਏਗੀ। ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਖੱਟ ਤੋਂ ਭਾਵ ਖੱਟੇ ਪਦਾਰਥ। ਗੁਰਬਾਣੀ ਵਿੱਚ ਟੈਂਕਾ ਔਂਕੜ ਸਹਿਤ ਆਉਂਦਾ ਤੇ ਉੱਥੇ ਛੇ ਹੋ ਜਾਂਦਾ ਖੱਟ, ਉਹਦੇ ਅਰਥ ਛੇ ਬਣ ਜਾਂਦੇ ਨੇ। ਇੱਥੇ ਖਟੈਸ ਦੀ ਗੱਲ ਹੋ ਰਹੀ ਹੈ, ਖੱਟੇ ਪਦਾਰਥਾਂ ਦੀ। ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਪਾਤਸ਼ਾਹ ਨੇ ਕਈ ਪ੍ਰਕਾਰ ਦੇ ਖੱਟੇ ਤੁਰਸ਼ੀ ਵਾਲੇ ਪਦਾਰਥ ਜਿਹੜੇ ਨੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਸਭ ਮਾਰਨ ਆਖਦੇ ਨੇ। ਜਿਵੇਂ ਆਪਾਂ ਤੜਕਾ ਲਾਉਂਦੇ ਹਾਂ ਮਸਾਲੇ ਪਾ ਕੇ, ਉਹਨੂੰ ਮਾਰਨ ਕਹਿ, ਮਾਰਨ ਪਾਹੇ ਹਰਾਮ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਈ ਪ੍ਰਕਾਰ ਦੇ ਤੜਕੇ ਲਾਏ ਹੋਣ, ਮਸਾਲੇ ਪਾਏ ਹੋਣ, ਤੇ ਜਿਹੜਾ ਸਵਾਦਲਾ ਉਹ ਫਿਰ ਭੋਜਨ ਬਣਦਾ ਹੈ ਨਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਰੱਬ ਦਾ, ਪਰਮੇਸ਼ਰ ਦਾ ਨਾਮ ਜਪ ਲਿਆ ਨਾ, ਉਹਨੂੰ ਫਿਰ ਇਹਨਾਂ ਤੜਕਿਆਂ ਦੀ ਤੇ ਇਹਨਾਂ ਮਸਾਲਿਆਂ ਦੀ ਜ਼ਰੂਰਤ ਨਹੀਂ ਰਹਿੰਦੀ। ਉਹ ਸਭ ਉਹਦੇ ਵਾਸਤੇ ਫਿੱਕੇ ਲੱਗਣ ਲੱਗ ਜਾਂਦੇ। ਉਹਨਾਂ ਚਿਰ ਅਸੀਂ ਨੁਕਸ ਕੱਢਦੇ ਰਹਾਂਗੇ, ਦਾਲ ਵਿੱਚ ਨਮਕ ਘੱਟ ਏ, ਦਾਲ ਚੰਗੀ ਨਹੀਂ ਬਣੀ, ਜਿੰਨਾ ਚਿਰ ਸਾਨੂੰ ਅਜੇ ਜ਼ੁਬਾਨ ਦਾ ਚਸਕਾ ਹੈ, ਰਸ ਮਾਣਦੇ ਜ਼ੁਬਾਨ ਦਾ। ਜਿੱਦਣ ਇਹ ਜ਼ੁਬਾਨ ਰੱਬ ਦੇ ਨਾਮ ਦਾ ਰਸ ਮਾਣਨ ਲੱਗ ਗਈ, ਫਿਰ ਇਹ ਕਦੀ ਵੀ ਨਹੀਂ ਕਹੇਗੀ ਵੀ ਇਹਦੇ ਵਿੱਚ ਨਮਕ ਘੱਟ ਏ, ਇਹਦੇ ਵਿੱਚ ਮਿਰਚ ਘੱਟ ਏ, ਇਹਦੇ ਵਿੱਚ ਗੰਢਾ ਪਿਆਜ਼ ਘੱਟ ਏ।
सतगुर सच्चे पातशाह महाराज के ये रसना, तू अनरस रात रही तेरी प्यास न जाए, प्यास न जाए होरत कितै, जिचर हर रस पल्लै ना पाए। कदी भी तेरी जुबान की रसना की तृष्णा प्यास बुझ नहीं सकती जिन्ना चिर तू नाम नाल जुड़दा नहीं। साहब इत्थे बख्शिश करते ने कि खट तुरसी मुख बाल बोलना, मारन नाद किए छत्ती अमृत भाओ, एक जाको नदर करे। 36 प्रकार के जिहड़े पदार्थ ने अमृत समान ने। साहब जी कहने 36 अमृत भाओ, एक भाओ तो पावे प्रेम। जिन्हां दा प्रेम ते प्रीत एक मालक नाल है ना, साहब जी कहने फिर उन्होंने 36 पदार्थ भी जिहड़े ने वो भुल जाते हैं, विसार दिंदा, उन्होंने फिक्के लगन लग जाते हैं। जां को नदर करे, पर ये जिन्हां दे उत्ते अपनी मेहर करदा है ना, नदर करदा है, ਉਹੀ फिर इस दात ਨੂੰ प्राप्त करते हैं तो इस अवस्था ਦੇ ਵਿੱਚ ਪਹੁੰਚਦੇ ਨੇ। सतगुरु पातशाह महाराज के नानक नदरी नदर निहाल, ਜਿਹਦੇ ਉੱਤੇ ਮਾਲਕ ਦੀ ਰਹਿਮਤ ਹੋ ਜਾਂਦੀ, ਉਹਨੂੰ ਨਦਰੀ ਨਿਹਾਲ ਕਰ ਦਿੰਦਾ ਹੈ। ਉਹ ਫਿਰ ਭਾਵੇਂ ਸਲੂਣਾ ਛਕਦਾ ਹੈ, ਸਾਦਾ ਛਕਦਾ ਹੈ, ਉਹ ਆਪਣਾ ਜੀਵਨ ਬਾਦਸ਼ਾਹ ਵਾਲਾ ਬਤੀਤ ਕਰਦਾ ਹੈ। ਉਸੇ ਨੂੰ ਪਾਤਸ਼ਾਹ ਨੇ ਕਿਹਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਉਹ ਮਨ ਤੇ ਤਨ ਸ਼ਾਂਤ ਹੋ ਜਾਂਦਾ ਹੈ। ਨਾ ਮਨ ਕਿਸੇ ਪਦਾਰਥ ਦੀ ਮੰਗ ਕਰਦਾ ਤੇ ਨਾ ਫਿਰ ਸਰੀਰ ਮੰਗ ਕਰਦਾ ਹੈ। ਉਹਦੀ ਐਸੀ ਅਵਸਥਾ ਬਣ ਜਾਂਦੀ ਹੈ। ਰਹਾਉ ਦੀਆਂ ਪੰਕਤੀਆਂ ਦੀ ਵਿਚਾਰ ਹੋ ਚੁੱਕੀ ਹੈ। ਰੱਤਾ ਪਹਿਨਣ ਮਨ ਰੱਤਾ, ਸੁਪੇਦੀ ਸਤ ਦਾਨ। ਕਈ ਸੂਹਾ ਰੰਗ ਪਾ ਕਰਕੇ ਬੜੇ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ। ਕਈ ਸੁਪੇਦ ਪਾ ਕੇ ਖੁਸ਼ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹੇ ਬੰਦਿਆ, ਤੂੰ ਰੱਬ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ, ਉਹਦੇ ਰੰਗ ਵਿੱਚ ਰੰਗ ਜਾ। ਇਹ ਤੇਰੇ ਵਾਸਤੇ ਸੂਹਾ ਰੰਗ ਹੈ। लाल रंग तिसको लगा, जिसके वडभागा, मैला कदे ना हो गई, नह लागै दागा। वो कदी फिर मैला नहीं हुंदा। गुरु की संगत सोचिया सी भी 2 रहाओ दे बंद की विचार होवेगी, पर खिमा मंगना एक बंद की विचार हुई है। अगले बंद की आपां इत्थों विचार जिहड़ी है कल नूं आरंभ करांगे। होईयां भुल्लां दी खिमा, समा इजाजत नहीं दिंदा। बुलाओ फतेह। वाहिगुरू जी का खालसा, वाहिगुरू जी की फतेह। सतनाम।